ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣ ਦੀਆਂ ਖਬਰਾਂ। ਯੂਕਰੇਨ ਦੇ ਖਾਰਕੀਵ ਵਿੱਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ। ਭਾਰਤ ਵੱਲੋਂ ਸਾਰੀਆਂ ਕਮਰਸ਼ੀਅਲ ਫਲਾਈਟਾਂ ਦੇ ਆਉਣ ਜਾਣ ਤੇ ਅਗਲੇ ਹੁਕਮਾਂ ਤੱਕ ਰੋਕ। ਪ੍ਰਵਾਸੀਆਂ ਲਈ ਕੈਨੇਡਾ ਵਿੱਚ ਕੰਮ ਕਰਨ ਦਾ ਸੁਨਹਿਰੀ ਮੌਕਾ। ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ। ਪੁਤਿਨ ਨੇ ਦਿੱਤਾ ਯੂਕਰੇਨ ਰਾਸ਼ਟਰਪਤੀ ਦੀ ਹੱਤਿਆ ਦਾ ਹੁਕਮ ਕਿ ਭੇਜੇ 400 ਦੇ ਕਰੀਬ ਖਤਰਨਾਕ ਫੌਜੀ। ਯੂਰਪ ਕੈਨੇਡਾ ਵੱਲੋਂ ਰੂਸ ਨੂੰ ਵੱਡਾ ਝਟਕਾ। ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਗਿਆ ਬੰਦ। ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ। 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ 에ਅਰ ਸਪੇਸ। ਯੂਕਰੇਨ ਰੂਸ ਵਾਰਤਾ ਵਿੱਚ ਨਹੀਂ ਬਣੀ ਸਹਿਮਤੀ। ਰੂਸੀ ਮਿਜ਼ਾਈਲਾਂ ਪਰਮਾਣੂ ਹਮਲੇ ਲਈ ਤਿਆਰ। ਅਮਰੀਕਾ ਨੇ ਮਾਸਕੋ ਦੂਤ ਘਰ ਤੋਂ ਲੋਕ ਬੁਲਾਏ ਪਾਪੇ। ਹੁਣੇ ਨਾ ਖਬਰਾਂ ਦਾ ਵਿਸਥਾਰ। ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਤੇ ਫਿਰ ਤੋਂ ਗੋਲਾਬਾਰੀ ਕੀਤੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਇਸ ਗੋਲਾਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਵਿਦੇਸ਼ ਮੰਤਰਾਲਾ ਦੇ ਸਰਕਾਰੀ ਬੁਲਾਰੇ ਅਰਿੰਦਮ ਵਾਗਾਚੀ ਨੇ ਟਵੀਟ ਕਰਕੇ ਲਿਖਿਆ, ਡੂੰਘੇ ਦੁੱਖ ਦੇ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲਾਬਾਰੀ 'ਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਪਰਿਵਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ, ਪਰ ਭਾਰਤ ਸਰਕਾਰ ਨੇ ਸਾਵਧਾਨੀ ਵਰਤਦੇ ਹੋਏ ਕਮਰਸ਼ੀਅਲ ਪੈਸੇਂਜਰ ਸਰਵਿਸਿਜ਼ ਨੂੰ ਅੱਗੇ ਵੀ ਰੋਕਣ ਦਾ ਫੈਸਲਾ ਕੀਤਾ। ਸੋਮਵਾਰ ਨੂੰ ਡੀਜੀਸੀਏ ਨੇ ਭਾਰਤ ਤੋਂ ਅੱਗੇ ਆਉਣ ਜਾਣ ਵਾਲੀ ਅੰਤਰਰਾਸ਼ਟਰੀ ਕਮਰਸ਼ੀਅਲ ਉਡਾਣਾਂ ਨੂੰ ਅਗਲੇ ਆਦੇਸ਼ ਤੱਕ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਆਪਣੇ ਆਦੇਸ਼ ਵਿੱਚ ਇਹ ਸਪਸ਼ਟ ਕੀਤਾ ਹੈ ਕਿ ਫਲਾਈਟਸ ਤੇ ਮੁਅੱਤਲ ਦਾ ਅਸਰ ਕਾਰਗੋ ਤੇ ਡੀਜੀਸੀਏ ਦੀ ਮਨਜ਼ੂਰੀ ਵਾਲੀ ਫਲਾਈਟਸ ਤੇ ਨਹੀਂ ਪਏਗਾ। ਇਸ ਦੇ ਨਾਲ ਬਬਲ ਵਿਵਸਥਾ ਦੇ ਤਹਿਤ ਉਡਾਣਾਂ ਤੇ ਇਹ ਹੁਕਮ ਲਾਗੂ ਨਹੀਂ ਹੋਏਗਾ। ਕੈਨੇਡਾ ਪ੍ਰਵਾਸੀਆਂ ਲਈ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿੱਚੋਂ ਇੱਕ ਹੈ। ਕੈਨੇਡਾ ਸਰਕਾਰ ਯੋਗਤਾ ਪ੍ਰਾਪਤ ਵਿਦਿਆਰਥੀਆਂ, ਹੁਨਰਮੰਦ ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਕੰਮ ਦੇਣ ਦੀ ਪੇਸ਼ਕਸ਼ ਕਰਦੀ ਹੈ। ਵੈਸੇ ਵੀ ਹਰ ਕੋਈ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਅਤੇ ਹੁਣ ਕੈਨੇਡਾ ਜਾਣ ਦਾ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ, ਫਿਰ ਚਾਹੇ ਉਹ ਕਿਸੇ ਵੀ ਫੀਲਡ ਲਈ ਕੰਮ ਕਰਦੇ ਹੋਣ। ਕੈਨੇਡਾ ਸਰਕਾਰ ਨੂੰ ਖਾਸ ਕਰਕੇ ਪਲੰਬਰ, ਮੈਸਨ, ਇਲੈਕਟ੍ਰੀਸ਼ੀਅਨ, ਇੰਜੀਨੀਅਰ, ਕੁੱਕ, ਖਾਣ ਪੈਕ ਕਰਨ ਵਾਲੇ, ਫਲ ਪੈਕ ਕਰਨ ਵਾਲੇ ਜਾਂ ਡਰਾਈਵਰ, ਇਮਾਰਤਾਂ ਦੀ ਉਸਾਰੀ ਕਰਨ ਵਾਲੇ ਕਾਮਿਆਂ ਦੀ ਬਹੁਤ ਲੋੜ ਹੈ। ਸਰਕਾਰ 2 ਸਾਲ ਦਾ ਵਰਕ ਪਰਮਿਟ ਵੀਜ਼ਾ ਦੇ ਰਹੀ ਹੈ। ਕੋਰੋਨਾ ਕਰਕੇ ਸਰਕਾਰ ਨੂੰ ਕਾਫੀ ਨੁਕਸਾਨ ਹੋਇਆ ਸੀ, ਪਰ ਜਿਵੇਂ-ਜਿਵੇਂ ਕੋਰੋਨਾ ਦੀ ਲਹਿਰ ਹੁਣ ਘਟ ਰਹੀ ਹੈ, ਸਰਕਾਰ ਪ੍ਰਵਾਸੀਆਂ ਨੂੰ ਰਾਹਤ ਦੇ ਰਹੀ ਹੈ ਤੇ ਪ੍ਰਵਾਸੀਆਂ ਕੋਲ ਵੀ ਕੈਨੇਡਾ ਜਾ ਕੇ ਕੰਮ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਜੇ ਤੁਹਾਡੇ ਵੀ ਸਾਰੇ ਦਸਤਾਵੇਜ਼ ਪੂਰੇ ਨੇ ਤਾਂ ਕਿਸੇ ਕਾਰਨ ਕਰਕੇ ਤੁਸੀਂ ਕੈਨੇਡਾ ਜਾਣ ਤੋਂ ਰਹਿ ਗਏ ਸੀ ਤਾਂ ਹੁਣ ਤੁਸੀਂ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ। ਰੂਸ ਦੇ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੀ ਹੱਤਿਆ ਦਾ ਹੁਕਮ ਦਿੱਤਾ ਹੈ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਮੋਟੇ ਤੌਰ ਤੇ ਕ੍ਰੈਮਲਿਨ ਦੇ 400 ਫੌਜੀ ਕੰਮ ਕਰ ਰਹੇ ਨੇ। ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਹਥਿਆਰਬੰਦ ਮਿਲੀਸ਼ੀਆ ਨੂੰ 5 ਹਫ਼ਤੇ ਪਹਿਲਾਂ ਅਫਰੀਕਾ ਤੋਂ ਕੀਵ ਭੇਜਿਆ ਗਿਆ ਹੈ। ਮਿਲੀਸ਼ੀਆ ਨੂੰ ਮੋਟੀ ਰਕਮ ਦੇ ਬਦਲੇ ਵਿੱਚ ਜ਼ੈਲੈਂਸਕੀ ਦੀ ਸਰਕਾਰ ਨੂੰ ਸੁੱਟਣ ਦਾ ਹੁਕਮ ਦਿੱਤਾ ਗਿਆ। ਇਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮ ਤੇ ਕੀਵ ਨੂੰ ਕਬਜ਼ੇ ਵਿੱਚ ਲੈਣ ਦੇ ਪਲਾਨ ਦਾ ਤਹਿਤ ਹੋ ਰਿਹਾ ਹੈ। ਰੂਸ ਦੇ ਇਰਾਦਾ ਯੂਕਰੇਨ ਤੇ ਜਲਦੀ ਤੋਂ ਜਲਦੀ ਕਬਜ਼ਾ ਕਰਨ ਦਾ ਹੈ। ਦ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂਕਰੇਨ ਸਰਕਾਰ ਨੂੰ ਸ਼ਨੀਵਾਰ ਦੀ ਸਵੇਰ ਇਸ ਮਿਸ਼ਨ ਦੀ ਜਾਣਕਾਰੀ ਮਿਲ ਗਈ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਕੀਵ ਵਿੱਚ 36 ਘੰਟੇ ਦਾ ਕਰਫਿਊ ਲਾਗੂ ਕੀਤਾ ਗਿਆ। ਦ ਵੈਗਨਰ ਗਰੁੱਪ ਦੇ ਇੱਕ ਨੇੜਲੇ ਸੂਤਰ ਨੇ ਦੱਸਿਆ ਕਿ 2000 ਤੋਂ ਲੈ ਕੇ 4000 ਪਾੜੇ ਦੇ ਫੌਜੀ ਪੂਰੇ ਯੂਕਰੇਨ ਵਿੱਚ ਕੰਮ ਕਰ ਰਹੇ ਨੇ। ਇਕੱਲੇ ਰਾਜਧਾਨੀ ਕੀਵ ਵਿੱਚ 400 ਪਾੜੇ ਦੇ ਫੌਜੀ ਸਰਗਰਮ ਨੇ। ਇਹ ਸਾਰੇ ਬੈਲਾਰੂਸ ਦੇ ਰਸਤੇ ਇੱਥੋਂ ਤੱਕ ਪਹੁੰਚੇ ਨੇ। ਵੈਗਨਰ ਗਰੁੱਪ ਨੂੰ ਪੁਤਿਨ ਦੇ ਸਭ ਤੋਂ ਨੇੜਲੇ ਦੋਸਤਾਂ ਵਿੱਚੋਂ ਇੱਕ ਵੱਲੋਂ ਚਲਾਇਆ ਜਾਂਦਾ ਹੈ। ਇਸ ਗੱਲ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਬੈਲਾਰੂਸ ਜਲਦੀ ਹੀ ਯੂਕਰੇਨ ਵਿੱਚ ਆਪਣੇ ਫੌਜੀਆਂ ਨੂੰ ਭੇਜ ਸਕਦਾ ਹੈ। ਉਸ ਦਾ ਇਰਾਦਾ ਆਪਣੇ ਦੋਸਤ ਰੂਸ ਦੀ ਮਦਦ ਕਰਨ ਦਾ ਹੈ। ਦਰਅਸਲ ਅਮਰੀਕਾ ਦੇ ਖੁਫੀਆ ਵਿਭਾਗ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਲਾਰੂਸ ਯੂਕਰੇਨ ਤੇ ਰੂਸ ਦੇ ਹਮਲੇ ਵਿੱਚ ਰੂਸ ਦਾ ਸਾਥ ਦਿੰਦੇ ਹੋਏ ਸੋਮਵਾਰ ਤੱਕ ਯੂਕਰੇਨ ਵਿੱਚ ਫੌਜ ਭੇਜ ਸਕਦਾ ਹੈ। ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਯੂਰਪ ਅਤੇ ਕੈਨੇਡਾ ਨੇ ਕਿਹਾ ਹੈ ਕਿ ਉਹ ਰੂਸੀ 에ਅਰਲਾਈਨਸ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਣਗੇ, ਜਿਸ ਨਾਲ ਅਮਰੀਕਾ ਤੇ ਵੀ ਅਜਿਹਾ ਕਰਨ ਲਈ ਦਬਾਅ ਵਧੇਗਾ। यूरोपीयन कमीशन के प्रधान उर्सुला वॉन डेर लेन ने एतवार को कहा कि यूरोपीयन यूनीयन रूसिया की मलकीयत वाले
ਰਜਿਸਟਰਡ ਜਾਂ ਨਿਯੰਤਰਿਤ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦੇਗੀ, ਜਿਸ ਵਿੱਚ ਕੁਲੀਨ ਵਰਗਾਂ ਦੇ ਨਿੱਜੀ ਜੈੱਟ ਵੀ ਸ਼ਾਮਲ ਨੇ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਕਿਹਾ ਕਿ ਉਹਨਾਂ ਦਾ ਦੇਸ਼ ਆਪਣੇ ਗੁਆਂਢੀਆਂ ਤੇ ਬਿਨਾਂ ਭੜਕਾਹਟ ਦੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਲਈ ਸਾਰੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ। ਯੂਰੋਪੀਅਨ ਯੂਨੀਅਨ ਦੀ ਕਾਰਵਾਈ ਕਈ ਮੈਂਬਰ ਦੇਸ਼ਾਂ ਦੇ ਕਹਿਣ ਤੋਂ ਬਾਅਦ ਆਈ ਹੈ ਕਿ ਉਹ ਐਤਵਾਰ ਰਾਤ ਤੱਕ ਰੂਸੀ ਜਹਾਜ਼ਾਂ ਨੂੰ ਰੋਕ ਰਹੇ ਹਨ ਜਾਂ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ। ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਨੇ ਟਵੀਟ ਕੀਤਾ ਹੈ ਕਿ ਯੂਰੋਪੀਅਨ ਆਸਮਾਨ ਉਹਨਾਂ ਲੋਕਾਂ ਲਈ ਖੁੱਲ੍ਹਾ ਹੈ ਜੋ ਲੋਕਾਂ ਨੂੰ ਇਕਜੁੱਟ ਕਰਦੇ ਨੇ, ਨਾ ਕਿ ਉਹਨਾਂ ਲਈ ਜੋ ਬੇਰਹਿਮੀ ਨਾਲ ਹਮਲਾ ਕਰਨਾ ਚਾਹੁੰਦੇ ਹਨ। ਨੀਦਰਲੈਂਡ ਦੇ ਬੁਨਿਆਦੀ ਢਾਂਚੇ ਅਤੇ ਜਲ ਮੰਤਰੀ ਮਾਰਕ ਹਾਰਬਰਟਸ ਨੇ ਟਵਿੱਟਰ ਤੇ ਕਿਹਾ ਕਿ ਡੱਚ ਹਵਾਈ ਖੇਤਰ ਵਿੱਚ ਇੱਕ ਅਜਿਹੇ ਸ਼ਾਸਨ ਲਈ ਕੋਈ ਜਗ੍ਹਾ ਨਹੀਂ ਹੈ ਜੋ ਬੇਲੋੜੀ ਅਤੇ ਬੇਰਹਿਮੀ ਹਿੰਸਾ ਦੀ ਵਰਤੋਂ ਕਰਦੀ ਹੈ। ਵੌਨ ਡੇਰ ਲੀਅਨ ਦੀ ਘੋਸ਼ਣਾ ਤੋਂ ਪਹਿਲਾਂ ਹਾਲਾਂਕਿ ਕੁਝ ਯੂਰੋਪੀਅਨ ਦੇਸ਼ ਜਿਵੇਂ ਕਿ ਸਪੇਸ, ਗ੍ਰੀਸ ਅਤੇ ਤੁਰਕੀ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਤੋਂ ਝਿਜਕਦੇ ਦਿਖਾਈ ਦਿੱਤੇ। ਰੂਸ ਨੇ ਸੋਮਵਾਰ ਨੂੰ 36 ਤੋਂ ਵੱਧ ਯੂਰਪੀ ਦੇਸ਼ਾਂ ਦੇ ਨਾਲ ਕੈਨੇਡਾ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ। ਯੂਰਪੀ ਸੰਘ ਵੱਲੋਂ ਰੂਸੀ 에ਅਰਲਾਈਨ ਨੂੰ ਉਹਨਾਂ ਦੇ ਹਵਾਈ ਖੇਤਰ ਨੂੰ ਦਾਖਲ ਹੋਣ ਤੇ ਪ੍ਰਤੀਬੱਧ ਲਗਾਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਦਰਅਸਲ ਪੱਛਮੀ ਦੇਸ਼ਾਂ ਨੇ ਯੂਕਰੇਨ ਦੇ ਹਮਲੇ ਤੇ ਜਵਾਬ ਵਿੱਚ ਰੂਸ ਖਿਲਾਫ ਕਈ ਤਰ੍ਹਾਂ ਦੇ ਪ੍ਰਤੀਬੰਧ ਲਗਾ ਕੇ ਰੂਸੀ ਅਰਥ ਵਿਵਸਥਾ ਦੀ ਕਮਰ ਤੋੜਨ ਦੀ ਯੋਜਨਾ ਬਣਾਈ ਹੈ। ਇਸ ਦਰਮਿਆਨ ਯੂਕਰੇਨ ਦੇ ਸੈਨਿਕਾਂ ਕੋਲ ਹਥਿਆਰਾਂ ਦੀ ਗਿਣਤੀ ਭਾਵੇਂ ਹੀ ਘੱਟ ਹੋਵੇ, ਪਰ ਦ੍ਰਿੜ ਇਰਾਦਿਆਂ ਨਾਲ ਭਰਪੂਰ ਇਹਨਾਂ ਸੈਨਿਕਾਂ ਨੂੰ ਘੱਟ ਤੋਂ ਘੱਟ ਫਿਲਹਾਲ ਰਾਜਧਾਨੀ ਕੀਵ ਤੇ ਹੋਰ ਮੁੱਖ ਸ਼ਹਿਰਾਂ ਵਿੱਚ ਰੂਸੀ ਸੈਨਿਕਾਂ ਦੀ ਰਫ਼ਤਾਰ ਘੱਟ ਕੀਤੀ ਹੈ। ਯੂਕਰੇਨੀ ਸੈਨਿਕਾਂ ਤੋਂ ਮਿਲ ਰਹੇ ਸਖਤ ਮੁਕਾਬਲੇ ਕਾਰਨ ਪੁਤਿਨ ਨੇ ਰੂਸ ਦੇ ਪਰਮਾਣੂ ਬਲਾਂ ਨੂੰ ਹਾਈ ਅਲਰਟ ਤੇ ਰਹਿਣ ਦਾ ਹੁਕਮ ਦਿੱਤਾ ਹੈ। ਯੂਕਰੇਨ ਦੇ ਡਰੇ ਹੋਏ ਲੋਕ ਤਹਿਖਾਨਿਆਂ ਤੇ ਕੋਰੀਡੋਰ ਵਿੱਚ ਸਹਾਰੇ ਦੀ ਭਾਲ ਕਰ ਰਹੇ ਨੇ। ਮ੍ਰਿਤਕਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਘੱਟ ਤੋਂ ਘੱਟ 16 ਬੱਚੇ ਮਰ ਗਏ ਨੇ ਤੇ 45 ਜ਼ਖਮੀ ਹੋਏ ਨੇ। ਲੱਖਾਂ ਲੋਕਾਂ ਨੇ ਆਪਣਾ ਘਰ-ਬਾਰ ਛੱਡ ਕੇ ਜਾਣ ਦਾ ਫੈਸਲਾ ਲਿਆ ਹੈ ਤੇ ਕਈ ਲੋਕ ਭੱਜ ਵੀ ਚੁੱਕੇ ਨੇ। ਪਰਮਾਣੂ ਹਥਿਆਰਾਂ ਲਈ ਜ਼ਿੰਮੇਵਾਰ ਰਣਨੀਤਿਕ ਬਲ ਨੂੰ ਹਾਈ ਅਲਰਟ ਤੇ ਲਿਆਉਣ ਤੋਂ ਬਾਅਦ ਰੂਸ ਨੇ ਸੋਮਵਾਰ ਨੂੰ ਪਰਮਾਣੂ ਬੰਬਾਂ ਨਾਲ ਲੈਸ ਮਿਜ਼ਾਈਲਾਂ ਨੂੰ ਹਮਲੇ ਲਈ ਤਿਆਰ ਰੱਖਣ ਦੇ ਹੁਕਮ ਦੇ ਦਿੱਤਾ। ਪਰਮਾਣੂ ਹਮਲੇ ਨਾਲ ਸੰਬੰਧਿਤ ਯੂਨਿਟ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੂੰ ਪੂਰੇ 24 ਘੰਟੇ ਅਲਰਟ ਮੋਡ ਤੇ ਰਹਿਣ ਦੇ ਹੁਕਮ ਦਿੱਤੇ ਗਏ ਨੇ। ਰੂਸ ਦੇ ਕਦਮ ਤੋਂ ਚੌਕਸ ਹੋਏ ਅਮਰੀਕਾ ਨੇ ਆਪਣੇ ਦੂਤਘਰ ਮੁਲਾਜ਼ਮਾਂ ਨੂੰ ਪਰਿਵਾਰ ਵਾਪਸ ਭੇਜਣ ਲਈ ਕਿਹਾ। ਨਾਲ ਹੀ ਬੇਲਾਰੂਸ ਦਾ ਦੂਤਘਰ ਬੰਦ ਕਰ ਦਿੱਤਾ ਗਿਆ ਹੈ, ਜਦਕਿ ਬੇਲਾਰੂਸ ਵਿੱਚ 3.5 ਘੰਟੇ ਚੱਲੀ ਵਾਰਤਾ ਵਿੱਚ ਯੂਕਰੇਨ ਨੇ ਰੂਸ ਤੋਂ ਕ੍ਰੀਮੀਆ ਤੇ ਡੋਨਬਾਸ ਤੋਂ ਫੌਜ ਹਟਾਉਣ ਲਈ ਕਿਹਾ। ਵਾਰਤਾ ਵਿੱਚ ਦੋਵਾਂ ਧਿਰਾਂ 'ਚ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਦਰਮਿਆਨ ਯੂਕਰੇਨ ਵਿੱਚ ਛਿੜੀ ਜੰਗ ਵਿੱਚ ਰੂਸ ਨੇ ਸੋਮਵਾਰ ਨੂੰ ਬਰਡਿੰਗਸ ਤੇ ਐਨਹੋਡਰਸ ਕਸਬਿਆਂ ਤੇ ਕਬਜ਼ਾ ਕਰ ਲਿਆ। ਬਰਡਿੰਗਸ ਵਿੱਚ ਯੂਕਰੇਨ ਦਾ ਨੇਵੀ ਅੱਡਾ ਵੀ ਹੈ, ਉਹ ਵੀ ਰੂਸੀ ਫੌਜ ਦੇ ਕਬਜ਼ੇ ਵਿੱਚ ਆ ਗਿਆ ਹੈ। ਰਾਜਧਾਨੀ ਕੀਵ ਤੇ ਰੂਸੀ ਫੌਜ ਦੇ ਚੂੰ-ਪਾਸੜ ਹਮਲੇ ਲਗਾਤਾਰ ਜਾਰੀ ਨੇ। ਯੂਕਰੇਨ ਤੇ ਰੂਸੀ ਹਮਲਾ 5ਵੇਂ ਦਿਨ ਵਿੱਚ ਜਾਰੀ ਹੈ। ਕੀਵ ਤੇ ਮਿਜ਼ਾਈਲ ਹਮਲੇ ਦੇ ਨਾਲ-ਨਾਲ ਹੀ ਵੀਰਵਾਰ ਨੂੰ ਜੰਗ ਦੀ ਸ਼ੁਰੂਆਤ ਹੋਈ ਸੀ, ਪਰ ਸਿਰਫ ਇੱਕ ਦਿਨ ਵਿੱਚ ਕੀਵ ਦੇ ਨਜ਼ਦੀਕ ਪਹੁੰਚੀ ਰੂਸੀ ਫੌਜ 4 ਦਿਨਾਂ ਵਿੱਚ ਪੂਰਾ ਜ਼ੋਰ ਲਗਵਾਉਣ ਦੇ ਬਾਵਜੂਦ ਯੂਕਰੇਨੀ ਰਾਜਧਾਨੀ ਵਿੱਚ ਦਾਖਲ ਨਹੀਂ ਹੋ ਸਕੀ। ਦੂਜੇ ਵੱਡੇ ਸ਼ਹਿਰ ਖਾਰਕਿਵ ਵਿੱਚ ਦਾਖਲ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਸਖਤ ਵਿਰੋਧ ਕਾਰਨ ਰੂਸੀ ਫੌਜ ਨੂੰ ਬਾਹਰ ਨਿਕਲਣਾ ਪਿਆ। ਤਾਇਵਾਨ ਵਪਾਰ ਅਤੇ ਹੋਰ ਮੁੱਦਿਆਂ ਤੇ ਵਿਵਾਦ ਵਧਣ ਕਾਰਨ ਚੀਨ ਦੇ ਚੋਟੀ ਦੇ ਡਿਪਲੋਮੈਟ ਨੇ ਅਮਰੀਕਾ ਨੂੰ ਸੰਬੰਧਾਂ ਨੂੰ ਸੁਧਾਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸੋਮਵਾਰ ਨੂੰ ਸ਼ੰਘਾਈ ਕਮਿਊਨਿਕ ਦੀ 50ਵੀਂ ਵਰ੍ਹੇਗੰਢ ਦੇ ਮੌਕੇ ਤੇ ਆਯੋਜਿਤ ਇੱਕ ਸਮਾਗਮ ਵਿੱਚ ਇਹ ਗੱਲ ਕਹੀ। ਇਸ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦੀ 1972 ਦੀ ਚੀਨ ਯਾਤਰਾ ਦੌਰਾਨ ਹਸਤਾਖਰ ਕੀਤੇ ਗਏ ਸਨ। ਰਾਸ਼ਟਰਪਤੀ ਦੇ ਦੌਰੇ ਤੋਂ 7 ਸਾਲ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਕੂਟਨੀਤਿਕ ਸੰਬੰਧ ਸਥਾਪਿਤ ਹੋਏ ਸਨ, ਜਿਸ ਦੇ ਆਧਾਰ ਤੇ ਅਮਰੀਕਾ ਨੇ ਤਾਇਵਾਨ ਨਾਲ ਰਸਮੀ ਸੰਬੰਧ ਖਤਮ ਕਰ ਦਿੱਤੇ ਸਨ। ਚੀਨ ਤਾਇਵਾਨ ਤੇ ਆਪਣਾ ਦਾਅਵਾ ਕਰਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਜੇਕਰ ਇਸ ਤੇ ਕੰਟਰੋਲ ਕਰਨ ਲਈ ਤਾਕਤ ਦੀ ਵਰਤੋਂ ਕਰਨੀ ਪਏ ਤਾਂ ਉਹ ਇਸ ਤੋਂ ਕੋਈ ਗੁਰੇਜ਼ ਨਹੀਂ ਕਰੇਗਾ। ਵੈਂਗ ਨੇ ਅਮਰੀਕਾ ਨੂੰ ਕਿਹਾ ਕਿ ਉਹ ਸੰਬੰਧਾਂ ਨੂੰ ਮੁੜ ਲੀ ਤੇ ਲਿਆਉਣ ਲਈ ਇੱਕ ਵਾਜਬ ਅਤੇ ਵਿਵਹਾਰਕ ਚੀਨ ਨੀਤੀ ਨੂੰ ਬਹਾਲ ਕਰੇ। ਉਹਨਾਂ ਨੇ ਚੀਨ ਦੀ ਇਹ ਸ਼ਿਕਾਇਤ ਵੀ ਦੁਹਰਾਈ ਕਿ ਅਮਰੀਕਾ ਆਪਣੇ ਵਾਅਦੇ ਪੂਰੇ ਨਹੀਂ ਕਰ ਰਿਹਾ। ਉਹਨਾਂ ਨੇ ਕਿਹਾ ਕਿ ਪੱਖਾਂ ਨੂੰ ਸੰਬੰਧਾਂ ਦੀ ਸਮੀਖਿਆ ਵਿਆਪਕ ਅਤੇ ਵਧੇਰੇ ਸੰਪੂਰਨ ਦ੍ਰਿਸ਼ਟੀਕੋਣ ਨਾਲ ਮਤਭੇਦਾਂ ਦੀ ਬਜਾਏ ਸਹਿਯੋਗ ਦੇ ਆਧਾਰ ਤੇ ਅਲੱਗ-ਥਲੱਗ ਹੋਣ ਦੀ ਬਜਾਏ ਖੁੱਲ੍ਹੇਪਨ ਅਤੇ ਵੱਖ ਹੋਣ ਦੀ ਬਜਾਏ ਜੁੜਨ ਦੇ ਆਧਾਰ ਤੇ ਕਰਨੀ ਚਾਹੀਦੀ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੌਚੂਲ ਨੇ ਰੂਸ ਵਿੱਚ ਨਿਵੇਸ਼ ਸਣੇ ਉਸ ਦੇ ਨਾਲ ਕਾਰੋਬਾਰ ਕਰਨ ਤੇ ਪਾਬੰਦੀ ਲਗਾਉਣ ਵਾਲੇ ਕਾਰਜਕਾਰੀ ਹੁਕਮ ਤੇ ਹਸਤਾਖਰ ਕੀਤੇ ਹਨ।
ਹੌਚਲ ਨੇ ਐਤਵਾਰ ਨੂੰ ਅਲਬਾਨੀ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਹ ਵੀ ਕਿਹਾ ਸੀ ਕਿ ਰੂਸੀ ਹਮਲੇ ਕਰਕੇ ਯੂਕਰੇਨ ਤੋਂ ਭੱਜ ਕੇ ਇੱਥੇ ਆਉਣ ਵਾਲੇ ਸ਼ਰਨਾਰਥੀਆਂ ਦਾ ਨਿਊਯਾਰਕ ਸਵਾਗਤ ਕਰੇਗਾ, ਕਿਉਂਕਿ ਅਮਰੀਕਾ ਵਿੱਚ ਰਹਿਣ ਵਾਲੇ ਯੂਕਰੇਨ ਵਾਸੀਆਂ ਵਿੱਚੋਂ ਸਭ ਤੋਂ ਵੱਧ ਉਹਨਾਂ ਦੇ ਸੂਬੇ ਵਿੱਚ ਰਹਿੰਦੇ ਹਨ। ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ ਨੇ ਕਿਹਾ, ਅਸੀਂ ਯੂਕਰੇਨ ਦੇ ਲੋਕਾਂ ਦੇ ਨਾਲ ਖੜੇ ਹਾਂ। ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਰਹਿਣ ਵਾਲੇ 10 ਲੱਖ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਯੂਕਰੇਨ ਨਾਲ ਜੁੜੀਆਂ ਹੋਈਆਂ ਨੇ ਅਤੇ ਇਹਨਾਂ ਵਿੱਚੋਂ 1,40,000 ਲੋਕ ਨਿਊਯਾਰਕ ਵਿੱਚ ਰਹਿੰਦੇ ਨੇ। ਉਹਨਾਂ ਨੇ ਕਿਹਾ, ਜੇਕਰ ਤੁਹਾਨੂੰ ਠਹਿਰਨ ਲਈ ਜਗ੍ਹਾ ਦੀ ਲੋੜ ਹੈ ਤਾਂ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਸਾਡੇ ਸਮਾਜ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰਨ ਨੂੰ ਤਿਆਰ ਹਾਂ। ਅਸੀਂ ਪਹਿਲਾਂ ਵੀ ਹੋਰ ਸ਼ਰਨਾਰਥੀਆਂ ਨੂੰ ਸ਼ਰਨ ਦਿੰਦੇ ਆ ਰਹੇ ਹਾਂ ਅਤੇ ਅਫਗਾਨਿਸਤਾਨ ਦੇ ਸ਼ਰਨਾਰਥੀ ਵੀ ਉਹਨਾਂ 'ਚ ਸ਼ਾਮਲ ਨੇ। ਹਾਲਾਂਕਿ ਉਹਨਾਂ ਨੇ ਇਸ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਕਿ ਨਿਊਯਾਰਕ ਰੂਸੀ ਕੰਪਨੀਆਂ ਵਿੱਚ ਕਿੰਨਾ ਨਿਵੇਸ਼ ਕਰ ਚੁੱਕਾ ਹੈ, ਪਰ ਇਸ ਗੱਲ ਦੇ ਸੰਕੇਤ ਜ਼ਰੂਰ ਦਿੱਤੇ ਗਏ ਨੇ ਕਿ ਨਿਊਯਾਰਕ ਦੀ ਅਰਥ ਵਿਵਸਥਾ ਰੂਸ ਦੇ ਅਰਥਚਾਰੇ ਨਾਲੋਂ ਵੱਡੀ ਹੈ। ਗਵਰਨਰ ਵੱਲੋਂ ਜਾਰੀ ਹੁਕਮਾਂ ਦਾ ਮਤਲਬ ਹੈ ਕਿ ਪ੍ਰਾਂਤ ਦੀ ਸਰਕਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਰੂਸ ਨੂੰ ਮਦਦ ਕਰਨ ਲਈ ਆਪਣੀਆਂ ਨਿਵੇਸ਼ ਗਤੀਵਿਧੀਆਂ ਦੀ ਆਗਿਆ ਨਹੀਂ ਦੇਗਾ, ਕਿਉਂਕਿ ਰੂਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੁਤਿਨ ਇੱਕ ਸਮਾਰਟ ਰਾਜਨੇਤਾ ਨੇ। ਟਰੰਪ ਨੇ ਅਮਰੀਕਾ ਤੇ ਨਾਟੋ ਤੇ ਮੂਰਖਾਂ ਵਾਂਗ ਕੰਮ ਕਰਨ ਦਾ ਦੋਸ਼ ਵੀ ਲਗਾਇਆ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਰੂਸ ਕਦੇ ਵੀ ਯੂਕਰੇਨ ਤੇ ਹਮਲਾ ਨਾ ਕਰਦਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਨੀ ਦਿਨੀ ਰੂਸ ਯੂਕਰੇਨ ਯੁੱਧ ਤੇ ਕਾਫੀ ਬਿਆਨਬਾਜ਼ੀ ਕਰ ਰਹੇ ਨੇ। ਉਹ ਲਗਭਗ ਹਰ ਬਿਆਨ ਵਿੱਚ ਰੂਸ ਦੀ ਤਾਰੀਫ ਵੀ ਕਰ ਰਹੇ ਨੇ ਤੇ ਅਮਰੀਕਾ ਨਾਟੋ ਦੀ ਆਲੋਚਨਾ ਕਰ ਰਹੇ ਨੇ। ਇਸ ਤੋਂ ਪਹਿਲਾਂ ਵੀ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਨੂੰ ਯੂਕਰੇਨ ਦੇ 2 ਖੇਤਰਾਂ ਦੀ ਆਜ਼ਾਦੀ ਲਈ ਜੀਨੀਅਸ ਕਰਾਰ ਦਿੱਤਾ ਸੀ। ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਵਿੱਚ ਭਾਸ਼ਣ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਰੂਸ ਦੀ ਤਾਰੀਫ ਕੀਤੀ ਸੀ। ਉਹਨਾਂ ਨੇ ਵੀ ਕਿਹਾ ਕਿ ਸਮੱਸਿਆ ਇਹ ਨਹੀਂ ਹੈ ਕਿ ਪੁਤਿਨ ਸਮਾਰਟ ਨੇ, ਬੇਸ਼ੱਕ ਉਹ ਸਮਾਰਟ ਨੇ, ਪਰ ਅਸਲ ਸਮੱਸਿਆ ਇਹ ਹੈ ਕਿ ਸਾਡੇ ਨੇਤਾ ਮੂਰਖ। ਭਾਰਤ ਸਰਕਾਰ ਵੱਲੋਂ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ ਦਵਾਈਆਂ ਤੇ ਦੂਜੀ ਮਦਦ ਭੇਜੀ ਜਾਏਗੀ। ਸੋਮਵਾਰ ਨੂੰ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਵਾਗਾਚੀ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਯੂਕਰੇਨ ਨੂੰ ਦਵਾਈਆਂ ਤੇ ਦੂਜੀ ਮਨੁੱਖੀ ਸਹਾਇਤਾ ਭੇਜਾਂਗੇ। ਨਾਲ ਹੀ ਵਿਦੇਸ਼ ਮੰਤਰਾਲਾ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਕਦਮ ਚੁੱਕੇ ਜਾਣ ਤੇ ਜੇ ਲੋੜ ਪਏਗੀ ਤਾਂ ਭਾਰਤ ਹਵਾਈ ਫੌਜ ਦੀ ਵੀ ਮਦਦ ਜਾਏਗੀ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਪੱਛਮੀ ਯੂਕਰੇਨ ਵੱਲ ਜਾਓ, ਪਰ ਉੱਥੇ ਸਿੱਧੇ ਬਾਰਡਰ ਵੱਲ ਨਾ ਜਾਓ। ਬਾਰਡਰ ਉੱਤੇ ਬਹੁਤ ਭੀੜ ਹੈ। ਅਜਿਹੇ ਵਿੱਚ ਨਜ਼ਦੀਕੀ ਸ਼ਹਿਰ ਨੂੰ ਟਿਕਾਣਾ ਬਣਾਓ। ਸਾਡੀਆਂ ਟੀਮਾਂ ਉੱਥੇ ਮਦਦ ਕਰਨਗੀਆਂ। ਖਾਲਸਾ ਏਡ ਦੇ CEO ਰਵੀ ਸਿੰਘ ਖਾਲਸਾ ਨੇ ਯੂਕਰੇਨ ਵਿੱਚ ਵਿਗੜ ਰਹੇ ਹਾਲਾਤ ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਜੰਗ ਵਿੱਚ ਫਸੇ ਸਾਰੇ ਲੋਕਾਂ ਦੀ ਸੁਰੱਖਿਆ ਦੀ ਵੀ ਕਾਮਨਾ ਕੀਤੀ ਹੈ। ਯੂਕਰੇਨ ਵਿੱਚ ਫਸੇ ਲੋਕਾਂ ਦੀ ਮਦਦ ਰਵੀ ਸਿੰਘ ਖਾਲਸਾ ਅੱਗੇ ਆਏ ਨੇ। ਉਹਨਾਂ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਯੂਕਰੇਨ ਵਿੱਚ ਕਈ ਡਰੇ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸਾਡਾ ਕੰਮ ਲੋਕਾਂ ਦੀ ਜਾਨ ਬਚਾਉਣਾ ਤੇ ਉਹਨਾਂ ਨੂੰ ਉਮੀਦ ਦੇਣਾ ਹੈ। ਅਸੀਂ ਇਹਨਾਂ ਬੱਚਿਆਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਸਮੇਤ ਕਿਸੇ ਨਾਲ ਵੀ ਕੰਮ ਕਰਾਂਗੇ। ਇਹ ਰਾਜਨੀਤੀ ਦਾ ਨਹੀਂ, ਮਨੁੱਖਤਾ ਦਾ ਸਮਾਂ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਤੇ ਇੱਥੇ ਬੈਠੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਫੋਨ ਨੰਬਰ ਜਾਰੀ ਕੀਤੇ ਸਨ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਣ ਤੇ ਮਦਦ ਲੈ ਸਕਣ। ਖਾਲਸਾ ਏਡ ਵੱਲੋਂ ਯੂਕਰੇਨ ਸ਼ਹਿਰ ਦੇ ਲਵੀਵ ਵਿੱਚ ਮੌਜੂਦ ਪੰਜਾਬੀਆਂ ਦੀ ਮਦਦ ਲਈ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਜੋ ਉਹਨਾਂ ਦੀ ਮਦਦ ਕੀਤੀ ਜਾ ਸਕੇ। ਗੌਰਤਲਬ ਹੈ ਕਿ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਹੀ ਮਦਦ ਲਈ ਸਭ ਤੋਂ ਅੱਗੇ ਹੁੰਦੀ ਹੈ। ਕਰੋਨਾ ਕਾਲ ਵਿੱਚ ਵੀ ਖਾਲਸਾ ਏਡ ਨੇ ਲੋਕਾਂ ਦੀ ਮਦਦ ਕੀਤੀ ਹੈ ਤੇ ਹੁਣ ਯੂਕਰੇਨ ਰੂਸ ਜੰਗ ਵਿਚਾਲੇ ਵੀ ਖਾਲਸਾ ਏਡ ਵੱਲੋਂ ਲੋਕਾਂ ਨੂੰ ਮਦਦ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਕਰੇਨ ਨੇ ਰੂਸ ਨੂੰ ਪਿਛਲੇ 4 ਦਿਨਾਂ ਤੋਂ ਕੀਵ ਦੇ ਬਾਹਰ ਰੋਕ ਕੇ ਰੱਖਿਆ ਹੈ। ਇਸ ਦਰਮਿਆਨ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਅਗਲੇ 24 ਘੰਟੇ ਯੂਕਰੇਨ ਲਈ ਸਭ ਤੋਂ ਮੁਸ਼ਕਲ ਵਾਲੇ ਨੇ। ਦੂਜੇ ਪਾਸੇ 7 ਨੇਤਾਵਾਂ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਰੂਸ ਖਿਲਾਫ ਲੜਾਈ ਵਿੱਚ ਸਾਰੇ ਦੇਸ਼ ਯੂਕਰੇਨ ਦਾ ਸਮਰਥਨ ਜਾਰੀ ਰੱਖਣਗੇ। ਵੱਖ-ਵੱਖ ਦੇਸ਼ਾਂ ਵੱਲੋਂ ਯੂਕਰੇਨ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਰੂਸ ਯੂਕਰੇਨ ਜੰਗ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੱਡਾ ਐਲਾਨ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਯੂਕਰੇਨ ਦੇ ਜੋ ਨਿਵਾਸੀ ਰੂਸ ਦੇ ਹਮਲੇ ਕਾਰਨ ਦੇਸ਼ ਛੱਡਣਾ ਚਾਹੁੰਦੇ ਨੇ ਉਹ ਯੂਨਾਈਟਿਡ ਕਿੰਗਡਮ ਆ ਸਕਦੇ ਨੇ, ਬਸ਼ਰਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਪਹਿਲਾਂ ਤੋਂ ਹੀ ਬ੍ਰਿਟੇਨ ਵਿੱਚ ਰਹਿੰਦੇ ਹੋਏ। ਉਹਨਾਂ ਨੇ ਅਜਿਹੇ ਲੋਕਾਂ ਲਈ ਯੂਕੇ ਦਾ ਵੀਜ਼ਾ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।
ਬ੍ਰਿਟੇਨ ਦੇ ਖਜ਼ਾਨੇ ਵਿੱਚ ਚਾਂਸਲਰ ਰਿਸ਼ੀ ਸੁਨਕ ਨੇ ਬੈਂਕ ਆਫ ਇੰਗਲੈਂਡ ਦੇ ਸਹਿਯੋਗ ਨਾਲ ਮਿਲ ਕੇ ਦੇਸ਼ ਦੇ ਸੈਂਟਰਲ ਬੈਂਕ ਆਫ ਦਾ ਰਸ਼ੀਅਨ ਫੈਡਰੇਸ਼ਨ ਨੂੰ ਨਿਸ਼ਾਨਾ ਬਣਾ ਕੇ ਯੂਕਰੇਨ ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਹੋਰ ਆਰਥਿਕ ਪਾਬੰਦੀਆਂ ਲਗਾਉਣ ਦੀ ਯੂਕੇ ਸਰਕਾਰ ਦੀ ਯੋਜਨਾ ਦਾ ਐਲਾਨ ਕੀਤਾ। ਭਾਰਤ ਲਈ ਯੂਕਰੇਨ ਦੇ ਰਾਜਦੂਤ ਇਗੋਰ ਪੌਲਿਖਾ ਨੇ ਕਿਹਾ ਕਿ ਯੂਕਰੇਨ ਵਿੱਚ ਹਾਲਾਤ ਬਹੁਤ ਗੰਭੀਰ ਨੇ। ਇਸ ਦੇ ਬਾਵਜੂਦ ਯੂਕਰੇਨ ਦੇ ਅਧਿਕਾਰੀ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਵਿੱਚ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਯੂਕਰੇਨ ਉੱਤੇ ਰੂਸ ਦੇ ਹਮਲੇ ਵਿੱਚ ਬੜੇ ਗੰਭੀਰ ਹਾਲਾਤ ਤੇ ਮੱਦੇਨਜ਼ਰ ਯੂਕਰੇਨ ਦਾ ਪ੍ਰਤੀਮੰਡਲ ਬੈਲਾਰੂਸ ਵਿੱਚ ਪਹੁੰਚਿਆ ਹੈ ਤੇ ਦੋਵਾਂ ਪੱਖਾਂ ਵਿੱਚ ਗੱਲਬਾਤ। ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਇੱਕ ਚਰਚ ਵਿੱਚ ਇੱਕ ਵਿਅਕਤੀ ਨੇ ਕਥਿਤ ਤੌਰ ਤੇ ਆਪਣੇ 3 ਬੱਚਿਆਂ ਤੇ ਇੱਕ ਹੋਰ ਵਿਅਕਤੀ ਨੂੰ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਸਾਰਜੈਂਟ ਰੌਡ ਗ੍ਰਾਸਮੈਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ਾਮ 5 ਵਜੇ ਦੇ ਕਰੀਬ ਅਰਡਨ ਆਰਕੇਡ ਸਥਿਤ ਚਰਚ ਵਿੱਚ ਗੋਲਾਬਾਰੀ ਦੀ ਸੂਚਨਾ ਮਿਲੀ ਅਤੇ ਜਦੋਂ ਉਹ ਘਟਨਾ ਸਥਾਨ ਤੇ ਪਹੁੰਚੇ ਤਾਂ ਸ਼ੱਕੀ ਹਮਲਾਵਰ ਸਮੇਤ 5 ਲੋਕਾਂ ਦੀ ਮ੍ਰਿਤਕ ਮਿਲੇ। ਉਹਨਾਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 3 ਨਾਬਾਲਗ ਸ਼ਾਮਲ ਨੇ ਜਿਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੈ। ਇੱਕ ਹੋਰ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਰੂਸ ਦੇ ਲਗਾਤਾਰ ਹਮਲਿਆਂ ਦੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਯੂਰੋਪੀਅਨ ਸੰਘ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਯੂਕਰੇਨ ਨੂੰ EU ਦੀ ਮਾਨਤਾ ਦੇਵੇ। ਇਸ ਦੇ ਈਲ ਉਹਨਾਂ ਨੇ EU ਦੇ ਮੈਂਬਰਸ਼ਿਪ ਦੀ ਅਰਜ਼ੀ ਤੇ ਜਲਦੀ ਵਿੱਚ ਦਸਤਖਤ ਕਰ ਦਿੱਤੇ ਨੇ। EU ਦੀ ਮੈਂਬਰਸ਼ਿਪ ਦੇ ਲਈ ਅਰਜ਼ੀ ਤੋਂ ਬਾਅਦ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਦੀ ਇਹ ਪਸੰਦ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਹਫ਼ਤੇ ਰੂਸ ਵੱਲੋਂ ਹਮਲੇ ਕੀਤੇ ਜਾਣ ਤੋਂ ਬਾਅਦ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਯੂਕਰੇਨ ਛੱਡ ਦਿੱਤਾ। ਪੋਲੈਂਡ, ਹੰਗਰੀ, ਸਲੋਵਾਕੀਆ, ਰੋਮਾਨੀਆ ਤੇ ਮੋਲਦੋਵਾ ਦੀਆਂ ਸਰਹੱਦਾਂ ਦੀ ਜਾਂਚ ਚੌਂਕੀਆਂ ਤੇ ਕਾਰਾਂ ਤੇ ਬੱਸਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਕਈ ਲੋਕਾਂ ਨੇ ਪੈਦਲ ਹੀ ਸਰਹੱਦਾਂ ਨੂੰ ਪਾਰ ਕੀਤਾ। ਕਈ 100 ਸ਼ਰਨਾਰਥੀ ਹੰਗਰੀ ਸਰਹੱਦੀ ਪਿੰਡ ਬ੍ਰੇਗਸਰੂਨੀ ਵਿੱਚ ਇੱਕ ਅਸਥਾਈ ਕੇਂਦਰ ਵਿੱਚ ਠਹਿਰੇ ਹੋਏ ਨੇ ਜਿੱਥੇ ਉਹ ਆਵਾਜਾਈ ਕੇਂਦਰਾਂ ਵੱਲ ਜਾਣ ਦੇ ਲਈ ਵਾਹਨਾਂ ਦੀ ਉਡੀਕ ਕਰ ਰਹੇ ਹਨ। ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ $50 ਕਰੋੜ ਦੀ ਗ੍ਰਾਂਟ ਸੰਬੰਧੀ ਸਮਝੌਤੇ ਨੂੰ ਨੇਪਾਲ ਦੀ ਸੰਸਦ ਵੱਲੋਂ ਮਨਜ਼ੂਰੀ ਦਿੱਤੇ ਜਾਣ ਨਾਲ ਨਾਰਾਜ਼ ਚੀਨ ਨੇ ਸੋਮਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਨੂੰ ਦਬਾਅ ਦੀ ਕੂਟਨੀਤੀ ਨਾਲ ਹੋਰ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਪੇਚਿੰਗ ਨੂੰ ਹੈਰਾਨ ਕਰਨ ਵਾਲੇ ਕਦਮ ਦੇ ਰੂਪ ਨਾਲ ਨੇਪਾਲ ਦੀ ਸੰਸਦ ਮੈਂਬਰ ਨੇ ਐਤਵਾਰ ਨੂੰ ਅਮਰੀਕਾ ਵੱਲੋਂ ਫੰਡਡ $50 ਕਰੋੜ ਦੇ ਮਿਲੇਨੀਅਮ ਚੈਲੰਜ ਕਾਰਪੋਰੇਸ਼ਨ ਨੂੰ ਮਨਜ਼ੂਰੀ ਦਿੱਤੀ। ਇਸ ਦੇ ਕਈ ਮਹੀਨਿਆਂ ਤੋਂ ਨੇਪਾਲ ਵਿੱਚ ਚਰਚਾ ਤੇ ਵਿਰੋਧ ਹੋ ਰਿਹਾ ਸੀ ਅਤੇ ਅਮਰੀਕਾ ਨੇ 28 ਫਰਵਰੀ ਨੂੰ ਸਮੇਂ ਸੀਮਾ ਤੈਅ ਕੀਤੀ ਸੀ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਤਰਜਮਾਨ ਵਾਂਗ ਬੈਨਬਿਨ ਨੇ ਇੱਥੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ, ਅਸੀਂ ਨੇਪਾਲੀ ਸੰਸਦ ਦੇ ਫੈਸਲੇ ਤੇ ਐਲਾਨ ਦਾ ਨੋਟਿਸ ਲਿਆ। ਕਾਬਸ ਧਿਰ ਨੇਪਾਲੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਮਚੰਦਰਨ ਪੌਡਲੈਂਡ ਨੇ ਕਿਹਾ ਕਿ ਇਸ ਐਲਾਨ ਵਿੱਚ ਅਜਿਹੇ ਬਿਆਨ ਹਨ ਕਿ MSCC ਹਿੰਦ ਪ੍ਰਸ਼ਾਂਤ ਰਣਨੀਤੀ ਦਾ ਹਿੱਸਾ ਨਹੀਂ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਰੂਸ ਤੇ ਬੈਲਾਰੂਸ ਦੇ ਐਥਲੀਟਾਂ ਤੇ ਪਾਬੰਦੀ ਲਗਾ ਦਿੱਤੀ ਹੈ। ਯੂਕਰੇਨ ਸੰਕਟ ਨੂੰ ਦੇਖਦੇ ਹੋਏ IOC ਦੇ ਕਾਰਜਕਾਰੀ ਬੋਰਡ ਨੇ ਸਾਰੇ ਰਾਸ਼ਟਰਾਂ ਨੂੰ ਰੂਸ ਜਾਂ ਬੈਲਾਰੂਸ ਵਿੱਚ ਹੋਣ ਵਾਲੇ ਕਿਸੇ ਵੀ ਮੁਕਾਬਲੇ ਦੇ ਪ੍ਰਬੰਧ ਕਰਨ ਤੇ ਰੋਕ ਦਾ ਫੈਸਲਾ ਦਿੱਤਾ। ਇਨ੍ਹਾਂ ਦੇਸ਼ਾਂ ਦੇ ਐਥਲੀਟ ਦੂਸਰੇ ਦੇਸ਼ ਵਿੱਚ ਹੋਣ ਵਾਲੇ ਮੁਕਾਬਲਿਆਂ 'ਚ ਵੀ ਹਿੱਸਾ ਨਹੀਂ ਲੈ ਸਕਣਗੇ। ਦਰਅਸਲ IOC ਨੇ ਸੰਬੰਧਿਤ ਦੇਸ਼ਾਂ ਦੀਆਂ ਓਲੰਪਿਕ ਐਸੋਸੀਏਸ਼ਨਜ਼ ਨੂੰ ਰੂਸ ਤੇ ਬੈਲਾਰੂਸ ਦੇ ਐਥਲੀਟਾਂ ਤੇ ਪਾਬੰਦੀਆਂ ਲਗਾਉਣ ਦਾ ਸੱਦਾ ਦਿੱਤਾ ਤੇ ਕਮੇਟੀ ਦੀ ਇਸ ਤਸਦੀਕ ਨੂੰ ਬੈਨ ਹੀ ਮੰਨਿਆ ਜਾਂਦਾ ਹੈ। ਅਲਬਰਟਾ ਵਿੱਚ ਕੋਵਿਡ-19 ਦੇ ਘਟ ਰਹੇ ਮਾਮਲਿਆਂ ਨੂੰ ਦੇਖਦਿਆਂ ਸਰਕਾਰ 1 ਮਾਰਚ ਤੋਂ ਹੋਰ ਪਾਬੰਦੀਆਂ ਤੇ ਰੋਕ ਹਟਾਉਣ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਕੁਝ ਹੋਰ ਸੁੱਖ ਦਾ ਸਾਹ ਆਏਗਾ। ਸਰਕਾਰ ਦਾ ਕਹਿਣਾ ਹੈ ਕਿ 8 ਫਰਵਰੀ ਨੂੰ ਪਹਿਲਾ ਕਦਮ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਸੂਬੇ ਅੰਦਰ ਕੋਵਿਡ-19 ਸਕਾਰਾਤਮਕਤਾ ਦਰਾਂ ਵਿੱਚ ਗਿਰਾਵਟ ਜਾਰੀ ਹੈ। ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਲਬਰਟਾ ਵਿੱਚ ਕਦਮ 2 ਸ਼ੁਰੂ ਕੀਤਾ ਜਾ ਰਿਹਾ ਜਿਸ ਵਿੱਚ ਸਮਾਜਿਕ ਇਕੱਠ ਦੀਆਂ ਸੀਮਾਵਾਂ ਦੀ ਸਮਾਪਤੀ, ਵੱਡੇ ਸਥਾਨਾਂ ਲਈ ਸਮਰੱਥਾ ਸੀਮਾਵਾਂ, ਬਾਕੀ ਬੱਚੀ ਸਕੂਲੀ ਜ਼ਰੂਰਤਾਂ, ਗਤੀਵਿਧੀਆਂ ਲਈ ਨੌਜਵਾਨਾਂ ਦੀ ਸਕਰੀਨਿੰਗ, ਘਰ ਤੋਂ ਜ਼ਰੂਰੀ ਕੰਮ ਕਰਨ ਦੇ ਆਦੇਸ਼ ਅਤੇ ਜਨਤਕ ਮਾਸਕਿੰਗ ਲੋੜਾਂ ਨੂੰ ਛੱਡ ਕੇ ਸ਼ਾਮਲ ਹੋਣਗੇ। ਉਹਨਾਂ ਨੇ ਦੱਸਿਆ ਕਿ ਪਿਛਲੇ 3 ਹਫ਼ਤਿਆਂ ਤੋਂ ਕੇਸਾਂ ਦਾ ਹਸਪਤਾਲਾਂ ਵਿੱਚ ਦਾਖਲਾ ਘਟਣਾ ਜਾਰੀ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੀ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ। ਇਸ ਸਮੇਂ ਉਹਨਾਂ ਨਾਲ ਸਿਹਤ ਮੰਤਰੀ ਜੇਸਨ ਕੋਪਿੰਗ ਵੀ ਹਾਜ਼ਰ ਸਨ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।